ਅੱਜ ਆਪਾਂ ਸੋਲਵ ਕਰਾਂਗੇ ਜੀ 2017-18 ਦਾ ਪੇਪਰ ਜੋ ਹੋਇਆ ਸੀ ਜੀ। ਇਸ ਦੇ ਵਿੱਚ ਆਪਾਂ ਸਾਇੰਸ ਪੋਰਸ਼ਨ ਸੋਲਵ ਕਰਾਂਗੇ ਜੀ, ਜਿਸ ਦੇ ਵਿੱਚ ਕੁਐਸਚਨ ਹੈ ਜੀ 121 ਵਿਚ ਆਫ ਦੀ ਫਲੋਇੰਗ ਇਜ਼ ਦੀ ਐਗਜ਼ਾਮਪਲ ਆਫ ਦੀ ਰੋਟੇਟਰੀ ਮੋਸ਼ਨ ਦੀ ਇਹਨਾਂ ਵਿੱਚੋਂ ਐਗਜ਼ਾਮਪਲ ਕਿਹੜੀ ਹੈ। ਰੋਟੇਟਰੀ ਮੋਸ਼ਨ ਉਹ ਵਾਲਾ ਹੁੰਦਾ ਹੈ ਜੀ ਜਦੋਂ ਕੋਈ ਚੀਜ਼ ਆਪਣੇ ਐਕਸ ਐਕਸਿਸ ਦੇ ਹੀ ਰਾਉਂਡ ਰੋਟੇਟ ਕਰਦੀ ਹੈ ਜੀ, ਤਾਂ ਆਪਾਂ ਉਸ ਨੂੰ ਕਹਾਂਗੇ ਰੋਟੇਟਰੀ ਮੋਸ਼ਨ। ਤਾਂ ਆਪਸ਼ਨ ਨੰਬਰ ਸੀ ਇਸ ਦੇ ਵਿੱਚ ਆ ਸਪੈਨਿੰਗ ਟੌਪ, ਯਾਨੀ ਜਿਵੇਂ ਲਾਟੂ ਹੁੰਦਾ ਜੀ, ਲਾਟੂ ਕੀ ਕਰਦੇ ਆਪਣੇ ਐਕਸ ਐਕਸਿਸ ਦੇ ਇਰਦ ਗਿਰਦ ਹੀ ਘੁੰਮਦਾ, ਤਾਂ ਉਹ ਜਿਹੜਾ ਮੋਸ਼ਨ ਹੋਊਗਾ ਉਹ ਕਿਹੜਾ ਮੋਸ਼ਨ ਹੋਊਗਾ ਜੀ, ਰੋਟੇਟਰੀ ਮੋਸ਼ਨ ਹੋਊਗਾ ਜੀ। ਦੂਜਾ ਆਪਾਂ ਜੇ ਇਹਨਾਂ ਬਾਰੇ ਦੇਖਿਆ ਜਾਵੇ ਆ ਪਲੈਨਟ ਮੂਵਿੰਗ ਅਰਾਊਂਡ ਦੇ ਸਨ, ਜਿਹੜੇ ਪਲੈਨਟ ਸਨ ਦੇ ਅਰਾਊਂਡ ਘੁੰਮਦੇ ਨੇ ਉਹ ਕਿਹੜਾ ਮੋਸ਼ਨ ਹੋਊਗਾ ਜੀ, ਉਹ ਰੈਵੋਲੂਸ਼ਨਰੀ ਮੋਸ਼ਨ ਹੁੰਦਾ ਜੀ, ਜੇ ਆਪਾਂ ਕਿਹਾ ਜਾਵੇ ਰੈਵੋਲੂਸ਼ਨ ਕਿਹਾ ਜਾਂਦਾ ਜੀ ਉਹਨਾਂ ਨੂੰ। ਔਰ ਆ ਬੋਡੀ ਇਨ ਦੀ ਗਿਆਂਟ ਵੀਲ, ਠੀਕ ਹੈ ਨਾ, ਜਦੋਂ ਇੱਕ ਬੋਡੀ ਘੁੰਮਦੀ ਹੈ ਰੋਟੇਟ ਕਰਦੀ ਹੈ ਬਿਲਕੁਲ, ਤਾਂ ਉਹ ਕਿਹੜਾ ਮੋਸ਼ਨ ਹੁੰਦਾ ਜੀ, ਸਰਕੂਲਰ ਮੋਸ਼ਨ, ਸਰਕੂਲਰ ਮੋਸ਼ਨ ਹੁੰਦਾ ਜੀ ਉਹ। ਤੇ ਜੋ ਬੋਬ ਆਫ ਦੀ ਸਵਿੰਗਿੰਗ ਪੈਂਡੂਲਮ ਦਾ ਮੋਸ਼ਨ ਜਿਹੜਾ ਹੁੰਦਾ ਜੀ ਆਪਾਂ ਨੂੰ ਪਤਾ ਜੀ ਉਹ ਕਿਹੜਾ ਹੁੰਦਾ, ਪੀਰੀਓਡਿਕ ਮੋਸ਼ਨ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਆਪਸ਼ਨ ਸੀ ਜੀ, ਆਪਸ਼ਨ ਸੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 122 ਦਾ ਐਂਪਲੀਟਿਊਡ ਆਫ ਦੀ ਸਾਊਂਡ ਵੇਵ ਡਿਸਾਈਡਡ ਇਟਸ, ਜਿਹੜਾ ਐਂਪਲੀਟਿਊਡ ਹੁੰਦਾ ਜੀ ਉਹ ਕੀ ਡਿਸਾਈਡ ਕਰਦਾ ਜੀ, ਉਹ ਡਿਸਾਈਡ ਕਰਦਾ ਜੀ ਲਾਊਡਨੈਸ ਆਫ ਦੀ ਸਾਊਂਡ। ਤਾਂ ਐਂਪਲੀਟਿਊਡ ਕੀ ਹੁੰਦਾ ਜੀ, ਐਂਪਲੀਟਿਊਡ ਦੇਖੋ ਸਮਝੋ, ਜਿਹੜੀ ਹਾਈਟ ਹੁੰਦੀ ਹੈ ਵੇਵ ਦੀ ਦੇਟ ਇਜ਼ ਕਾਲਡ ਐਂਪਲੀਟਿਊਡ, ਆਹ ਵਾਲੀ ਚੀਜ਼ ਨੂੰ ਕੀ ਕਿਹਾ ਜਾਂਦਾ ਜੀ, ਐਂਪਲੀਟਿਊਡ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਇਹ ਕੀ ਡਿਸਾਈਡ ਕਰਦਾ ਜੀ, ਲਾਊਡਨੈਸ ਆਫ ਦੀ ਸਾਊਂਡ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 122 when the moon is the penumbra of the shadow of the earth what kind of eclipse occur, ਕਿਹੜਾ ਐਕਲਿਪਸ ਬਣੂਗਾ ਜੀ ਉਸ ਟਾਈਮ, ਠੀਕ ਹੈ, ਕੀ ਸੋਲਰ ਐਕਲਿਪਸ ਬਣੂਗਾ, ਟੋਟਲ ਲੂਨਰ ਐਕਲਿਪਸ ਬਣੂਗਾ, ਜਾਂ ਪਾਰਸ਼ਲ ਲੂਨਰ ਐਕਲਿਪਸ ਬਣੂਗਾ, ਜਾਂ ਨੋ ਐਕਲਿਪਸ ਬਣੂਗਾ। ਇਸ ਦੇ ਵਿੱਚ ਬਣੂਗਾ ਜੀ ਨੋ ਐਕਲਿਪਸ, ਇਸ ਦੇ ਵਿੱਚ ਕੋਈ ਐਕਲਿਪਸ ਨਹੀਂ ਬਣੂਗਾ ਜੀ। ਦੇਖੋ ਸੋਲਰ ਐਕਲਿਪਸ ਕਦੋਂ ਬਣਦਾ ਜੀ, ਸੋਲਰ ਸਨ ਔਰ ਅਰਥ ਦੇ ਵਿਚਾਲੇ ਜੀ, ਜੇ ਦੇਖਿਆ ਜਾਵੇ ਤਾਂ ਮੂਨ ਆ ਜਾਂਦਾ ਜੀ, ਤਾਂ ਆਪਾਂ ਕੀ ਕਹਿੰਦੇ ਆ ਜੀ, ਸੋਲਰ ਇਕਲਿਪਸ ਬਣ ਗਿਆ ਜੀ। ਜਿਹੜਾ ਟੋਟਲ ਲੂਨਰ ਇਕਲਿਪਸ ਬਣਦਾ ਜੀ ਉਹ ਕਦੋਂ ਬਣਦਾ ਜੀ, ਜਦੋਂ ਸਨ ਤੇ ਮੂਨ ਦੇ ਵਿਚਾਲੇ ਜੀ ਅਰਥ ਆ ਜਾਂਦੀ ਹੈ ਜੀ, ਤਾਂ ਉਸ ਟਾਈਮ ਬਣਦਾ ਹੈ ਟੋਟਲ ਲੂਨਰ ਇਕਲਿਪਸ। ਪਾਰਸ਼ਲ ਕਿਵੇਂ ਬਣੂਗਾ, ਜਦੋਂ ਪਾਰਸ਼ਲੀ ਆਊਗੀ, ਦੇਖੋ ਜਿਵੇਂ ਫੋਰ ਐਗਜ਼ਾਮਪਲ ਆਪਣੇ ਲਵੇ ਸਨ ਹੈ ਜੀ, ਆਪਣੇ ਲਵੇ ਮੂਨ ਹੈ, ਤਾਂ ਅਰਥ ਬਿਲਕੁਲ ਹਾਫ ਜੀ ਆ ਜਾਵੇ, ਤਾਂ ਉਸ ਟਾਈਮ ਜਿਹੜੀ ਬਣੂਗੀ ਉਹ ਕਿਹੜੀ ਬਣੂਗਾ, ਉਹ ਕਿਹੜਾ ਬਣੂਗਾ, ਲੂਨਰ ਪਾਰਸ਼ਲ ਲੂਨਰ ਇਕਲਿਪਸ ਬਣੂਗਾ ਜੀ, ਠੀਕ ਹੈ ਜੀ। ਕੁਐਸਚਨ ਨੰਬਰ 122 ਰਿਚਾਰਜੇਬਲ ਟਾਰਚ ਯੂਜ਼, ਰਿਚਾਰਜੇਬਲ ਟਾਰਚ ਦੇ ਵਿੱਚ ਕਿਹੜਾ ਯੂਜ਼ ਕੀਤਾ ਜਾਂਦਾ ਜੀ, ਉਹ ਯੂਜ਼ ਕੀਤਾ ਨਿਕਲ ਕੈਡਮੀਅਮ ਸੈੱਲ ਯੂਜ਼ ਕੀਤਾ ਜਾਂਦਾ ਜੀ ਆਪਣੇ ਲਵੇ, ਠੀਕ ਹੈ ਜੀ। ਔਰ ਡਰਾਈ ਸੈੱਲ ਆਪਾਂ ਨੂੰ ਪਤਾ ਜੀ ਜਿਹੜੇ ਪੋਰਟੇਬਲ ਜਿਹੜੀਆਂ ਵੀ ਆਪਣੇ ਲਈ ਚੀਜ਼ਾਂ ਨੇ ਉਹ ਸਾਰਿਆਂ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਜੀ, ਡਰਾਈ ਸੈੱਲ ਯੂਜ਼ ਕਰਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਲੈਡ ਐਸਿਡ ਕਮੂਲੇਟਰ ਜਿਹੜਾ ਯੂਜ਼ ਕਰਿਆ ਜਾਂਦਾ ਉਹ ਵਹੀਕਲ ਦੇ ਵਿੱਚ ਕਰਿਆ ਜਾਂਦਾ ਜੀ, ਠੀਕ ਹੈ ਜੀ, ਵਹੀਕਲਸ ਦੇ ਵਿੱਚ ਯੂਜ਼ ਕਰਦੇ ਆਪਾਂ ਬੈਟਰੀ ਵਗੈਰਾ, ਠੀਕ ਹੈ ਜੀ। ਔਰ ਆਹ ਵਾਲਾ ਨਿਕਲ ਆਇਰਨ ਐਕੂਮੂਲੇਟਰ ਜਿਹੜਾ ਯੂਜ਼ ਕੀਤਾ ਜਾਂਦਾ, ਇਹ ਵਾਲਾ ਯੂਜ਼ ਕੀਤਾ ਜਾਂਦਾ ਜੀ, ਇਹ ਮੋਸਟਲੀ ਜਿਹੜਾ ਹੁੰਦਾ ਜੀ ਸਲੋ ਚਾਰਜ ਆਪਾਂ ਨੂੰ ਸਪਲਾਈ ਕਰਦਾ, ਇਸ ਲਈ ਇਹ ਯੂਜ਼ ਕੀਤਾ ਜਾਂਦਾ, ਇਹ ਪ੍ਰੋਡਿਊਸ ਕਰਦਾ ਜੀ ਹਾਈਡਰੋਜਨ ਪ੍ਰੋਡਿਊਸਰ। ਔਰ ਇਹ ਵੀ ਵਹੀਕਲ ਦੇ ਵਿੱਚ ਜਾਂ ਆਪਾਂ ਜਿਹੜਾ ਜਿੱਥੇ ਆਪਾਂ ਨੂੰ ਸਲੋ ਇਲੈਕਟ੍ਰੀਸਿਟੀ ਚਾਹੀਦੀ ਹੁੰਦੀ ਉੱਥੇ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ ਜੀ। ਸਲੋ ਹੀ ਚਾਰਜ ਹੁੰਦਾ ਜੀ, ਰਿਚਾਰਜ ਹੁੰਦਾ, ਔਰ ਸਲੋ ਹੀ ਇਹ ਇਲੈਕਟ੍ਰੀਸਿਟੀ ਦਿੰਦਾ ਜੀ, ਠੀਕ ਹੈ ਜੀ। ਤਾਂ ਉਹ ਕੁਐਸਚਨ ਨੰਬਰ 124 ਦਾ ਜਿਹੜਾ ਆਪਸ਼ਨ ਸੀ ਕਰੈਕਟ ਸੀ ਜੀ ਉਹ ਸੀ ਆਪਸ਼ਨ ਡੀ। ਨੈਕਸਟ ਦੇਖੋ 125 ਦਾ ਸ਼ੇਪ ਆਫ ਦੀ ਮਿਲਕੀ ਵੇ ਗਲੈਕਸੀ ਇਜ਼, ਜਿਹੜੀ ਸ਼ੇਪ ਹੈ ਮਿਲਕੀ ਵੇ ਦੀ ਗਲੈਕਸੀ ਦੀ ਆਪਣੀ, ਤਾਂ ਉਹਦੀ ਸ਼ੇਪ ਕੀ ਹੈ ਜੀ, ਉਹਦੀ ਸ਼ੇਪ ਹੈਗੀ ਸਪਾਇਰਲ, ਠੀਕ ਹੈ ਜੀ, ਸਪਾਇਰਲ ਸ਼ੇਪ ਹੈ। ਨੈਕਸਟ ਦੇਖੋ 126 A photographic camera work on the which of the following phenomena of
ਲਾਈਟ ਕਿਹੜੇ ਫਿਨੋਮੀਨਾ ਉੱਤੇ ਕੀ ਰਿਫਲੈਕਸ਼ਨ ਤੇ ਰਿਫਰੈਕਸ਼ਨ ਦੇ ਉੱਤੇ ਡਿਸਪਰਸ਼ਨ ਦੇ ਉੱਤੇ ਜਾਂ ਸਕੈਟਰਿੰਗ ਦੇ ਉੱਤੇ ਕੰਮ ਕਰਦਾ ਜੀ। ਆਪਾਂ ਨੂੰ ਪਤਾ ਹੈ ਕਿ ਕੈਮਰੇ ਦੇ ਵਿੱਚ ਕੀ ਲੱਗੇ ਹੁੰਦੇ ਨੇ ਲੈਂਸ ਲੱਗੇ ਹੁੰਦੇ ਨੇ। ਉਹ ਲੈਂਸ ਦੇ ਵਿੱਚ ਦੀ ਲਾਈਟ ਪਾਸ ਕਰਕੇ ਜਦੋਂ ਲਾਈਟ ਪਾਸ ਕਰ ਜਾਂਦੀ ਲੈਂਸ ਦੇ ਵਿੱਚ ਉਸ ਫਿਨੋਮੀਨਾ ਨੂੰ ਕੀ ਕਿਹਾ ਜਾਂਦਾ ਜੀ ਰਿਫਰੈਕਸ਼ਨ। ਠੀਕ ਹੈ ਜੀ। ਤਾਂ ਉਹ ਕੈਮਰਾ ਜਿਹੜਾ ਆ ਵਰਕ ਕਰਦਾ ਕਿਹਦੇ ਉੱਤੇ ਕਰਦਾ ਜੀ ਰਿਫਰੈਕਸ਼ਨ ਦੇ ਉੱਤੇ ਕੰਮ ਕਰਦਾ ਜੀ। ਨੈਕਸਟ ਦੇਖੋ ਜੀ 127 The purpose of making the education compulsory up to 10th class is to यानी कि 10th ਕਲਾਸ ਤੱਕ ਕੰਪਲਸਰੀ ਐਜੂਕੇਸ਼ਨ ਕਰਨ ਦਾ ਕੀ ਪਰਪਸ ਸੀ ਆਪਣੇ ਲਈ। ਠੀਕ ਹੈ ਜੀ। ਤਾਂ ਉਸ ਦੇ ਵਿੱਚ ਪਰਪਸ ਸੀ ਆਪਣਾ ਇਨਕਲਕੇਟ ਰੈਸ਼ਨਲ ਟੈਂਪਰ। ਠੀਕ ਹੈ ਨਾ, ਯਾਨੀ ਕਿ ਉਹਨਾਂ ਵਿੱਚ ਖੋਜੀ ਬੁੱਧੀ ਯਾਨੀ ਕਿ ਤਰਕਸ਼ੀਲ ਉਹਨਾਂ ਦਾ ਦਿਮਾਗ ਬਣਾਉਣਾ ਯਾਨੀ ਕਿ ਤਰਕਸ਼ੀਲ ਯੋਗ ਬਣ ਜਾਣ। ਠੀਕ ਹੈ ਜੀ। ਨੈਕਸਟ ਦੇਖੋ ਜੀ 128 द मीनिंग ऑफ द वर्ड ह्यूरिस्को इज़। ह्यूरिस्को का मतलब क्या एक अपने लवे इसका जी ह्यूरिस्टिक मैथड भी होंगे जी आप पढ़िया भी होया जी ह्यूरिस्टिक मैथड दे की होंगे जी कि बच्चा की करता अपने आप खोजन की चीज़ यानी कि सोल्व करन प्रॉब्लम सोल्व करन की कोशिश करता। तो इस जी ऑप्शन है जी टू डिस्कवर। ठीक है जी। टू डिस्कवर इस दे ह्यूरिस्को का मीनिंग है जी। ठीक है जी। ਜਿਹੜਾ ह्यूरिस्को ये ग्रीक वर्ड है जी अपने लिए ग्रीक लैंगुएज तो लिता गया जी। ठीक है जी। नैक्सट देखो जी 129 ਦੇ ਵਿੱਚ ਕੀ ਹੈ when one move from specific example to the generalization in science। ਜਦੋਂ ਆਪਾਂ ਇੱਕ ਸਪੈਸੀਫਿਕ ਐਗਜ਼ਾਮਪਲ ਤੋਂ ਜਨਰਲ ਵੱਲ ਚੱਲਦੇ ਹਾਂ ਤਾਂ ਉਸ ਟਾਈਮ ਕਿਹੜਾ ਮੈਥਡ ਯੂਜ਼ ਕਰ ਰਿਹਾ ਉਹਨੇ ਉਸ ਟਾਈਮ ਜਿਹੜਾ ਮੈਥਡ ਯੂਜ਼ ਕਰ ਰਿਹਾ ਉਹਨੇ ਇੰਡਕਟਿਵ ਅਪਰੋਚ ਵਾਲਾ ਮੈਥਡ ਯੂਜ਼ ਕਰ ਰਿਹਾ ਉਹਨੇ ਉਹ ਕੀ ਹੁੰਦੀ ਹੈ ਜੀ ਆਪਣੀ ਇੰਡਕਟਿਵ ਅਪਰੋਚ ਹੁੰਦੀ ਹੈ ਜੀ। ਨੈਕਸਟ ਦੇਖੋ ਜੀ क्वेश्चन नंबर 130 which skill or ability of the student is best assessed if she asked to see and draw the structure of the leaf। ਤਾਂ ਉਸ ਟਾਈਮ ਕਿਹੜੀ ਆਪਾਂ ਯਾਨੀ ਕਿ ਬੱਚੇ ਦੀ ਐਬਿਲਿਟੀ ਨੂੰ ਜਾਂਚ ਰਹੇ ਹੁੰਦੇ ਹਾਂ ਜਿਸ ਟਾਈਮ ਆਪਾਂ ਇੱਕ ਬੱਚੇ ਨੂੰ ਇੱਕ ਪੱਤਾ ਦਿਖਾ ਦਈਏ ਔਰ ਫਿਰ ਉਸ ਨੂੰ ਡਰਾ ਕਰਨ ਦੇ ਵਾਸਤੇ ਕਹੀਏ ਤਾਂ ਆਪਾਂ ਉਸ ਟਾਈਮ ਉਸ ਦੀ ਓਬਜ਼ਰਵੇਸ਼ਨ ਦੇਖ ਰਹੇ ਹੁੰਦੇ ਹਾਂ। ਤਾਂ ਆਪਸ਼ਨ ਨੰਬਰ ਡੀ ਕਰੈਕਟ ਹੋ ਜੂਗੀ ਇਸ ਵਿੱਚ ਜੀ। ਨੈਕਸਟ ਦੇਖੋ 131 ਦ ਮੇਨ ਏਮ ਆਫ ਕੁਐਸਚਨਿੰਗ ਇਨ ਦੀ ਕਲਾਸਰੂਮ ਆਰ। ਕਲਾਸਰੂਮ ਦੇ ਵਿੱਚ ਕੁਐਸਚਨਿੰਗ ਕਰਨ ਦਾ ਮਤਲਬ ਕੀ ਹੁੰਦਾ ਟੂ ਕ੍ਰੀਏਟ ਦੀ ਇੰਟਰਸਟ ਐਂਡ क्यूरियोसिटी। ठीक है ये भी ट्रू है। टू मोटिवेट द स्टूडेंट बिल्कुल सही है जी। टू टेस्ट द प्रीवियस नॉलेज बिल्कुल आप भी कर दें तो इसका मतलब ऑल ऑफ अबव ट्रू हो जाएगा जी। नैक्सट देखो जी हु डिस्कवर द ब्रांचिंग स्टाइल ऑफ प्रोग्राम्ड इंस्ट्रक्टर। ये वाला ब्रांचिंग स्टाइल किसने डिस्कवर किया सी वो सी जी नॉर्मल ए क्रॉडर ने किया सी जी। इस इसका नाम रखा गया सी यानी कि जो इन्हें स्ट्रक्चर दिता जी ब्रांचेस वाला उन्होंने किया गया सी क्रोडरियल मॉडल। ठीक है जी क्रोडरियल मॉडल क्या गया सी। ठीक है जी। नैक्सट देखो जी 133 असैसमेंट इन साइंस शुड फोकस मोर ऑन टेस्टिंग द एबिलिटी ऑफ द स्टूडेंट यानी कि जी असैसमेंट आ वो किस दे बेस ते रखी जाती है। ठीक है जी। अपलाई इस ऑप्शन नंबर डी है जी अपलाइंग द अंडरस्टैंडिंग ऑफ द कॉन्सैप्ट टू अनफैमिलियर सिचुएशन इन एवरीडे लाइफ। ठीक है ना एवरीडे जोड़े बच्चों जोड़ा समझाया जाता या उसके सामने जो प्रॉब्लम आउंदियां ने जो समझाया जाता उसनूं बच्चा कितनी जल्दी या किवें अंडरस्टैंड करता उसके बेस ते ही असैसमेंट लगाई जाती है। ठीक है जी। नैक्सट देखो 134 देखो जी कंस्ट्रक्टिविस्ट अप्रोच इन टीचिंग साइंस रेफर टू जी कंस्ट्रक्टिव अप्रोच है। ठीक है जी वो किस दे बेस ते है। ठीक है जी किस यानी कि जी कंस्ट्रक्टिविस्ट अप्रोच है जी उस तो की समझनी आप साइंस के उसका मतलब होंगे जी प्रोवाइडिंग द एक्सपैरीमेंशियल लर्निंग टू द स्टूडेंट यानी कि एक्सपैरीमेंटल तौर पर उसनों नॉलेज प्रोवाइड करना। नैक्सट है 135 प्रैक्टिकल वर्क इन इज साइंस मे बी गिवन ड्यू टू द एम्फेसिस इन द ऑर्डर टू यानी कि जी प्रैक्टिकल नॉलेज है जी वो किस लिए होनी चाहिए है जी तो वो होनी चाहिए है जी ऑप्शन नंबर बी हैल्प द स्टूडेंट टू वेरीफाई द थ्योरेटिकल कॉन्सैप्ट जोड़े थ्योरेटिकल कॉन्सैप्ट होंगे ने जी उन्होंने समझने के लिए। ठीक है जी।
ਨੈਕਸਟ ਦੇਖੋ ਜੀ 136 136 ਦੇ ਵਿੱਚ ਗ੍ਰਾਫਟਿੰਗ ਇਜ਼ ਦੀ ਮੈਥਡ ਆਫ ਗ੍ਰਾਫਟਿੰਗ ਜਿਹੜਾ ਮੈਥਡ ਹੈ ਜੀ ਉਹ ਕਿਸ ਕਦੋਂ ਯੂਜ਼ ਕੀਤਾ ਜਾਂਦਾ, ਯਾਨੀ ਕਿ ਕਿਹੜਾ ਮੈਥਡ ਹੈ ਜੀ ਉਹ ਹੈਗਾ ਆਰਟੀਫਿਸ਼ੀਅਲ ਵੈਜੀਟੇਟਿਵ ਪ੍ਰੋਪੇਗੇਸ਼ਨ। ਆਰਟੀਫਿਸ਼ੀਅਲ ਪ੍ਰੋਪੇਗੇਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ, ਠੀਕ ਹੈ ਜੀ। ਇਹਦੇ ਯਾਨੀ ਕਿ ਇਸ ਦੇ ਵਿੱਚ ਗ੍ਰਾਫਟਿੰਗ ਕੀ ਹੁੰਦੀ ਜੀ, ਕਲਮ ਲਗਾਉਣਾ ਜੀ, ਕਲਮ ਲਗਾਉਣਾ ਕਿਹਾ ਜਾਂਦਾ ਹੈ ਗ੍ਰਾਫਟਿੰਗ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਆਰਟੀਫਿਸ਼ੀਅਲ ਪੋਲੀਨੇਸ਼ਨ ਦੇ ਵਿੱਚ ਕੀ ਹੁੰਦਾ ਜੀ, ਆਰਟੀਫਿਸ਼ੀਅਲ ਦੇ ਵਿੱਚ ਆਪਾਂ ਦੋ ਫਲਾਵਰ ਜਿਹੜੇ ਹੁੰਦੇ ਨੇ ਆਪਣਾ, ਜਦੋਂ ਪੋਲੀਨੇਸ਼ਨ ਬਹੁਤ ਘੱਟ ਹੁੰਦੀ ਹੈ ਤਾਂ ਆਪਾਂ ਆਰਟੀਫਿਸ਼ੀਅਲ ਦੇ ਉੱਤੇ ਕਰਦੇ ਕਿ ਬਰਸ਼ ਵਗੈਰਾ ਯੂਜ਼ ਕਰਕੇ ਇੱਕ ਫਲਾਵਰ ਤੇ ਬਰਸ਼ ਫੇਰ ਕੇ ਦੂਸਰੇ ਫਲਾਵਰ ਤੇ ਫੇਰਦੇ, ਜਿਸ ਦੇ ਨਾਲ ਕੀ ਹੋ ਜਾਂਦੀ ਹੈ ਆਰਟੀਫਿਸ਼ੀਅਲ ਪੋਲੀਨੇਸ਼ਨ ਹੋ ਜਾਂਦੀ ਹੈ। ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਆਪਾਂ ਕੀ ਕਰਦੇ ਹਾਂ ਜੀ, ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਇੱਕ ਫਲਾਵਰ ਦੂਜੇ ਫਲਾਵਰ ਨੂੰ ਪੋਲੀਨੇਸ਼ਨ ਕਰਦਾ, ਠੀਕ ਹੈ ਜੀ। ਯਾਨੀ ਕਿ ਜਿਹੜੇ ਹੁੰਦੇ ਨੇ ਜੀ ਮੇਲ ਗੇਮੇਟ ਹੁੰਦੇ ਨੇ, ਜੇ ਆਪਾਂ ਜਿਹੜੇ ਮੇਲ ਗੇਮੇਟਸ ਹੁੰਦੇ ਨੇ ਉਹ ਪ੍ਰੋਵਾਈਡ ਕਰਦੇ ਨੇ ਫੀਮੇਲ ਓਵਲਸ ਨੂੰ, ਠੀਕ ਹੈ ਜੀ, ਜਿਹੜੇ ਪੋਲਨ ਹੁੰਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਕ੍ਰੋਸ ਪੋਲੀਨੇਸ਼ਨ ਦੇ ਵਿੱਚ ਕੀ ਹੁੰਦਾ, ਕ੍ਰੋਸ ਪੋਲੀਨੇਸ਼ਨ ਦੇ ਵਿੱਚ ਹੁੰਦਾ ਜਦੋਂ ਇੱਕ ਟਾਈਪ ਦੀ ਵੈਰਾਈਟੀ ਦਾ ਫਲਾਵਰ ਦੂਜੇ ਟਾਈਪ ਦੀ ਵੈਰਾਈਟੀ ਦੇ ਫਲਾਵਰ ਨਾਲ ਪੋਲੀਨੇਸ਼ਨ ਕਰਦਾ, ਉਸ ਨੂੰ ਕੀ ਕਿਹਾ ਜਾਂਦਾ ਜੀ, ਕ੍ਰੋਸ ਪੋਲੀਨੇਸ਼ਨ, ਠੀਕ ਹੈ ਜੀ। ਤਾਂ ਗ੍ਰਾਫਟਿੰਗ ਇਜ਼ ਦ ਮੈਥਡ ਆਫ ਆਰਟੀਫਿਸ਼ੀਅਲ ਵੈਜੀਟੇਟਿਵ ਪ੍ਰੋਪੇਗੇਸ਼ਨ ਹੁੰਦਾ, ਠੀਕ ਹੈ ਜੀ। ਨੈਕਸਟ ਦੇਖੋ 137 ਦ 3 ਮੇਜਰ ਟਾਈਪ ਆਫ ਫਰਟੀਲਾਈਜ਼ਰ, ਜਿਹੜੇ 3 ਮੇਜਰ ਟਾਈਪ ਦੇ ਫਰਟੀਲਾਈਜ਼ਰ ਨੇ ਉਹ ਕਿਹੜੇ ਨੇ ਜੀ, ਉਹ ਹੈਗੇ ਨੇ ਆਪਣੇ ਲਵੇ ਆਪਸ਼ਨ ਨੰਬਰ ਸੀ ਫੋਸਫੈਟਿਕ, ਪੋਟਾਸਟਿਕ ਐਂਡ ਨਾਈਟ੍ਰੋਜੀਨੀਅਸ, ਠੀਕ ਹੈ ਜੀ। ਤਾਂ ਇਹ ਕੀ ਨੇ ਮੇਜਰ ਟਾਈਪ ਦੇ ਆਪਣੇ ਫਰਟੀਲਾਈਜ਼ਰ ਨੇ ਜੀ। ਨੈਕਸਟ ਦੇਖੋ ਜੀ ਵਿਚ ਆਫ ਦੀ ਫਲੋਇੰਗ ਇਜ਼ ਨੋਟ ਟਰੂ, ਇਹਨਾਂ ਵਿੱਚੋਂ ਕਿਹੜੀ ਚੀਜ਼ ਟਰੂ ਨਹੀਂ ਹੈਗੀ ਜੀ। ਲਿਵਿੰਗ ਆਰਗੇਨਿਜ਼ਮ ਆਰ ਮੇਡ ਆਫ ਸੈੱਲ, ਲਿਵਿੰਗ ਆਰਗੇਨਿਜ਼ਮ ਜਿਹੜੇ ਬਣੇ ਹੁੰਦੇ ਨੇ ਜੋ ਸੈੱਲਾਂ ਦੇ ਬਣੇ ਹੁੰਦੇ ਨੇ, ਬਿਲਕੁਲ ਟਰੂ ਹੈ ਜੀ। ਦ ਸੈੱਲ ਇਜ਼ ਦ ਸਟਰਕਚਰ, ਯਾਨੀ ਕਿ ਸਟਰਕਚਰ ਯੂਨਿਟ ਆਫ ਲਾਈਫ, ਯਾਨੀ ਕਿ ਜਿਹੜਾ ਬੇਸਿਕ ਯੂਨਿਟ ਆਫ ਲਾਈਫ ਕੀ ਹੈ, ਸੈੱਲ ਹੈ ਜੀ, ਠੀਕ ਹੈ, ਬਿਲਕੁਲ ਟਰੂ ਹੈ ਜੀ। ਦ ਸੈੱਲ ਇਜ਼ ਦੀ ਫੰਕਸ਼ਨਲ ਯੂਨਿਟ ਆਫ ਦੀ ਲਾਈਫ, ਯਾਨੀ ਕਿ ਇਹ ਫੰਕਸ਼ਨ ਕਰਦਾ ਜੀ, ਇਹੀ ਵਰਕ ਕਰਦਾ, ਠੀਕ ਹੈ, ਬਿਲਕੁਲ ਟਰੂ ਹੈ ਜੀ। ਐਗਜ਼ਿਸਟਿੰਗ ਸੈੱਲ ਡੂ ਨੋਟ ਗਿਵ ਰਾਈਜ਼ ਟੂ ਨਿਊ ਸੈੱਲ, ਬਿਲਕੁਲ ਇਹ ਰੋਂਗ ਹੈ ਜੀ, ਕਿਉਂਕਿ ਜਿਹੜੇ ਪੁਰਾਣੇ ਸੈੱਲ ਹੁੰਦੇ ਨੇ ਉਹੀ ਨਿਊ ਸੈੱਲਾਂ ਨੂੰ ਬਰਥ ਦਿੰਦੇ ਨੇ, ਠੀਕ ਹੈ, ਉਹ ਨਿਊ ਸੈੱਲ ਬਣਾਉਂਦੇ ਨੇ, ਠੀਕ ਹੈ ਜੀ। ਤਾਂ ਆਪਸ਼ਨ ਨੰਬਰ ਡੀ ਇਸ ਦੇ ਵਿੱਚ ਕਰੈਕਟ ਹੋ ਜਾਊਗਾ। ਇਕੋਲੋਜੀ ਇਜ਼ ਦੀ ਸਟੱਡੀ ਆਫ, ਇਕੋਲੋਜੀ ਕੀ ਕਰਦੀ ਹੈ ਜੀ, ਇਹ ਬਿਹੇਵ ਦੀ ਸਟੱਡੀ ਕਰਦੀ ਹੈ ਜੀ, ਯਾਨੀ ਕਿ ਜਿਹੜਾ ਹਿਊਮਨ ਐਂਡ ਇਸ ਦੀ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਰਿਲੇਸ਼ਨ ਦੱਸਦੀ ਹੈ ਅਕੋਰਡਿੰਗ ਟੂ ਦੀ ਇਨਵਾਇਰਮੈਂਟ, ਠੀਕ ਹੈ ਜੀ। ਤਾਂ ਇਹ ਜਿਹੜੀ ਇਕੋਲੋਜੀ ਇਜ਼ ਦੀ ਸਟੱਡੀ ਆਫ ਹੈਬਿਟੇਟ, ਠੀਕ ਹੈ ਜੀ। ਨੈਕਸਟ ਦੇਖੋ ਜੀ 140 ਆ ਵੈਸਕੂਲਰ ਬੰਡਲ ਕੰਸਿਸਟ ਆਫ, ਵੈਸਕੂਲਰ ਬੰਡਲ ਦੇ ਵਿੱਚ ਕੀ ਹੁੰਦਾ ਜੀ, ਐਗਜ਼ਾਈਲਮ ਔਰ ਫਲਾਇਮ, ਠੀਕ ਹੈ ਨੇ। ਐਗਜ਼ਾਈਲਮ ਕੀ ਹੁੰਦਾ ਜੀ, ਇਹ ਟਿਸ਼ੂ ਹੁੰਦੇ ਨੇ ਜੀ ਆਪਣੇ ਲਈ ਜਿਹੜੇ ਕਿ ਟਰਾਂਸਪੋਰਟ ਕਰਦੇ ਨੇ ਵਾਟਰ ਤੇ ਨਿਊਟ੍ਰੀਐਂਟਸ ਨੂੰ ਜੀ, ਵਾਟਰ ਐਂਡ ਨਿਊਟ੍ਰੀਐਂਟਸ ਜੀ ਟੂ ਪਲਾਂਟ ਫਰੋਮ ਰੂਟਸ, ਠੀਕ ਹੈ ਜੀ, ਇਹ ਰੂਟਸ ਤੋਂ ਲੈ ਕੇ ਜਾਂਦੇ ਨੇ ਜੀ, ਠੀਕ ਹੈ ਜੀ। ਔਰ ਫਲਾਇਮ ਦਾ ਕੰਮ ਬਿਲਕੁਲ ਇਸ ਦੇ ਉਲਟ ਹੁੰਦਾ ਜੀ। ਇਹ ਕੀ ਕਰਦਾ ਜੀ, ਜੋ ਫੂਡ ਐਂਡ ਉਧਰ ਆਰਗੈਨਿਕ ਮੈਟਰ ਲਾ ਲਓ ਆਪਾਂ ਜੀ, ਐਂਡ ਆਰਗੈਨਿਕ ਮੈਟਰ ਟਰਾਂਸਪੋਰਟ ਕਰਦਾ ਜੀ ਟੂ ਪਲਾਂਟ, ਜਿਹੜਾ ਜੀ ਲੀਵਸ ਦੇ ਵਿੱਚ ਜਿਹੜਾ ਖਾਣਾ ਤਿਆਰ ਕੀਤਾ ਜਾਂਦਾ, ਜੋ ਫੂਡ ਤਿਆਰ ਕੀਤਾ ਜਾਂਦਾ, ਉਹ ਪੂਰੇ ਪਲਾਂਟ ਦੇ ਵਿੱਚ ਪਹੁੰਚਾਉਣ ਦਾ ਕੌਣ ਕੰਮ ਕਰਦਾ ਹੈ, ਫਲਾਇਮ, ਔਰ ਵਾਟਰ ਔਰ ਨਿਊਟ੍ਰੀਐਂਟਸ ਪਹੁੰਚਾਉਣ ਦਾ ਕੰਮ ਕੌਣ ਕਰਦਾ ਜੀ, ਐਗਜ਼ਾਈਲਮ, ਠੀਕ ਹੈ ਜੀ। ਨੈਕਸਟ ਦੇਖੋ ਜੀ 141 ਵਿਚ ਬਲੱਡ ਗਰੁੱਪ ਇਜ਼ ਦੀ ਟਰਮ ਐਜ਼ ਦੀ ਯੂਨੀਵਰਸਲ ਰਿਸੈਪਟੈਂਟ, ਠੀਕ ਹੈ। ਯੂਨੀਵਰਸਲ ਰਿਸੈਪਟੈਂਟ ਇਹਦੇ ਵਿੱਚ ਕਿਹੜਾ ਜੀ, ਆਪਸ਼ਨ ਨੰਬਰ ਡੀ, ਠੀਕ ਹੈ ਜੀ। ਇਹ ਰਿਸੀਵ ਕਰ ਸਕਦਾ ਜਿਹੜਾ ਮਰਜ਼ੀ ਬਲੱਡ ਹੋਵੇ, ਠੀਕ ਹੈ ਜੀ। ਔਰ ਡੋਨਰ ਕਿਹੜਾ ਹੋਊਗਾ ਜੀ, ਉਹ ਹੁੰਦਾ ਜੀ ਆਪਣੇ ਲਵੇ ਓ ਨੈਗੇਟਿਵ, ਠੀਕ ਹੈ ਜੀ, ਓ ਨੈਗੇਟਿਵ ਕਿਸੇ ਨੂੰ ਵੀ ਬਲੱਡ ਦੇ ਸਕਦਾ ਜੀ, ਠੀਕ ਹੈ ਜੀ। ਨੈਕਸਟ ਦੇਖੋ 142 ਦੇ ਵਿੱਚ ਦੇਖੋ ਜੀ ਰੋਡਸ ਐਂਡ ਕੌਨਸ ਆਰ ਸੈਂਸਿਟਿਵ ਟੂ, ਜਿਹੜੇ ਰੋਡਸ ਔਰ ਕੌਨਸ ਕਿਸ ਦੇ ਵਿੱਚ ਹੁੰਦੇ ਨੇ ਜੀ, ਆਪਣੇ ਆਈਜ਼ ਦੇ ਵਿੱਚ ਹੁੰਦੇ ਨੇ ਜੀ।
ਤਾਂ आई ਕਾਹਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ? ਸਾਈਡ ਵਾਸਤੇ, ਦੇਖਣ ਵਾਸਤੇ। ਤਾਂ ਆਪਸ਼ਨ ਨੰਬਰ ਸੀ ਕਰੈਕਟ ਹੋ ਜੂ। ਠੀਕ ਹੈ ਜੀ। ਨੈਕਸਟ ਹੈ 143 ਵਿਚ ਅਮੰਗ ਆਫ ਦੀ ਫਲੋਇੰਗ हैज़ द लार्जेस्ट सरफेस एरिया। इन्होंने विचों सब तो ज़्यादा लार्जेस्ट एरिया किसका जी? एक्टिवेटेड चारकोल का। ठीक है जी। नैक्सट देखो जी 144 ऑन इलैक्ट्रोलाइसिस विच ऑफ द फॉलोइंग इलैक्ट्रोलाइट विल गिव हाइड्रोजन एट द कैथोड। हाइड्रोजन कैथोड के उत्ते कौन दिंदी है? ठीक है जी। वो किहड़ा सलूशन दिंदा जी? वो दिंदा जी सोडियम क्लोराइड सलूशन दिंदा जी कैथोड के उत्ते हाइड्रोजन। ठीक है जी। नैक्सट देखो 145 विच ऑफ द फॉलोइंग मैटल्स कैन बी प्योरीफाइड बाय द डिस्टिलेशन। किहड़ियां मैटल्स नूं प्योर किया जा सकता डिस्टिलेशन मैथड दे नाल। डिस्टिलेशन मैथड की हुंदा जी? एक बॉक्स दे विच अपने लिए मिक्स सलूशन पा लिता जाता जी, फिर उसनूं हीट दी जाती है और वो वेपर्स बन के भाप बन के दूसरे यूटेंसिल दे विच ले जाता जी। ठीक है। उत्थे जाके फिर लिक्विड बन जाता है। इसनूं की कहा जाता है? डिस्टिलेशन। ठीक है, मैथड कहा जाता है। तो इस दे विच किहड़ा यूज़ किया जाता जी? मरकरी यूज़ किया, क्योंकि मरकरी का बॉइलिंग पॉइंट जो हुंदा जी वो वेरी लो हुंदा। ठीक है जी। नैक्सट देखो जी 146 विच ऑफ द फॉलोइंग इज़ नॉट ए कैमिकल चेंज। कि इन्हां विचों किहड़ी कैमिकल चेंज नहीं हैगी? देखो दो तरह दी चेंज हुंदियां ने अपने लवे। एक हुंदी है कैमिकल चेंज जी, जिहड़ी कैमिकल चेंज हुंदी है वो इरिवर्सिबल हुंदी है जी। और जिहड़ी फिजिकल चेंज हुंदी है जी अपने लिए वो हुंदी है रिवर्सिबल जी। ठीक है जी। तो इस देखो विच ऑफ द फॉलोइंग इज़ नॉट ए कैमिकल चेंज। कैमिकल चेंज केड़ी नहीं हैगी? रस्टिंग ऑफ आयरन ये कैमिकल चेंज है जी। ठीक है जी। डाइजेशन ऑफ फूड ये भी कैमिकल चेंज है। फर्मेंटेशन ये भी कैमिकल चेंज है, यानी कि जिसे ईस्ट खमीरा ठीक है ना बनता। उस तो बाद नैक्सट है फ्रीजिंग पॉइंट ऑफ वाटर। वाटर नूं फ्रीज करके फिर दोबारा वाटर बनाया जा सकता। बिल्कुल ये आ गई जी फिजिकल चेंज, इस करके ये कैमिकल चेंज नहीं। ऑप्शन नंबर डी करैक्ट हो जाएगी। ठीक है जी। इस दे विच की हुंदा? इस दे विच शुगर और स्टार्च वगैरह नूं जी कन्वर्ट किया जाता, यानी कि अल्कोहल और एसिड दे विच, जिस तो आपां एनर्जी लैंदे हां। ठीक है जी। इसनूं की कहंदा है? फर्मेंटेशन कहा जाता है। नैक्सट देखो 146 द फॉलोइंग रिएक्शन इज़ यूज फॉर। नैक्सट क्वेश्चन है 147 द फॉलोइंग रिएक्शन इज़ यूज फॉर द प्रैपरेशन ऑफ ऑक्सीजन गैस इन द लैबोरेटरी। ठीक है जी। ये वाली रिएक्शन यूज़ की जाती लैबोरेटरी टू मैक ऑक्सीजन। ठीक है जी। तो यह किहड़ी रिएक्शन है? देखो एक कंपाउंड ब्रेक हो रहा दो कंपाउंड दे विच, तो ये वाली कंपोजिशन नूं आपां की ये वाली रिएक्शन नूं की कहने आपां डीकंपोजिशन रिएक्शन। जो इसका उल्ट हो रहा दो या दो तो वध बना रहे हो एक कंपाउंड, तो उसनूं आपां की कहने कंबीनेशन रिएक्शन। तो ये वाली रिएक्शन किहड़ी है जी? डीकंपोजिशन रिएक्शन। इट इज़ द डीकंपोजिशन रिएक्शन एंड टेक्स प्लेस व्हेन द हीट, देखो हीट इज सप्लाइड। ठीक है जी। तो ऑप्शन नंबर ए ही करैक्ट हो जू। नैक्सट देखो जी क्वेश्चन नंबर 140 है जी अपने 48 है जी अपने लगे। ग्लास इज मेड फ्रॉम द मोल्टन इनग्रेडिएंट मेनली मेड अप ऑफ सिलिका एंड सैंड। दिस लिक्विड इज कॉल्ड। इस लिक्विड नूं की कहा जाता जी? ये देखो ये वाला जो लिक्विड हुंदा जी इहनूं कहा जाता एमोरफस सॉलिड हुंदा जी। ये सॉलिड हुंदा जिहड़ा कूल्ड फॉर्म दे विच भी, यानी कूल होने के बावजूद भी की नहीं बनाता जी? क्रिस्टल नहीं बनाता, यानी कि नॉन क्रिस्टलाइन सलूशन हुंदा जी, लिक्विड हुंदा जी, लाइन लिक्विड बनाउंदा जी, जिहड़ा कि कूल्ड होने के बावजूद भी की करदा जी? ये फ्लो करदा बट वेरी स्लो। ठीक है जी। तो ये वाला जो लिक्विड होंगे ये वाला लिक्विड होंगे सुपर कूल्ड लिक्विड, जिसका गिलास बनता जी। ठीक है जी। नैक्सट देखो 149 विद विच ऑफ द फॉलोइंग एलिमेंट्स विद हाइड्रोजन रिएक्ट टू गिव ए गैस दैट स्मैल लाइक ए रोटन एग। रोटन एग वर्गी स्मैल कदों होंदी है? जो हाइड्रोजन किहदे नाल रिएक्ट करता, तो उस टाइम जो रिएक्ट करता जी वो सल्फर नाल रिएक्ट करता जी। देखो हाइड्रोजन जो रिएक्ट करता जी प्लस सल्फर दे नाल जी
ਹੀਟ ਲੈਂਦਾ ਜੀ ਤਾਂ ਉਸ ਟਾਈਮ ਜਿਹੜਾ ਬਣਾਉਂਦਾ ਜੀ ਉਹ ਕੀ ਬਣਾਉਂਦਾ H2S ਬਣਾਉਂਦਾ ਹਾਈਡਰੋਜਨ ਸਲਫਾਈਡ। ਠੀਕ ਹੈ ਜੀ, ਹਾਈਡਰੋਜਨ ਸਲਫਾਈਡ ਬਣਾਉਂਦਾ ਜੀ। ਠੀਕ ਹੈ ਜੀ, ਇਹ ਜਿਹੜਾ ਹੁੰਦਾ ਜੀ ਇਹ ਪੋਇਜ਼ਨ ਕਿਸਮ ਦਾ ਹੁੰਦਾ ਜੀ ਆਪਣੇ ਲਈ ਹਾਈਡਰੋਜਨ ਸਲਫਾਈਡ ਜਿਹੜਾ ਹੁੰਦਾ ਜੀ। ਠੀਕ ਹੈ ਜੀ, ਤਾਂ ਉਸ ਟਾਈਮ ਕਿਸ ਦੀ ਸਮੈਲ ਆਉਂਦੀ, ਰੋਟਨ ਐਗ ਵਰਗੀ ਸਮੈਲ ਆਉਂਦੀ ਹੈ। ਨੈਕਸਟ ਦੇਖੋ 150 ਦਾ ਪਲਿਮਸੋਲ ਲਾਈਨ ਰੈਫਰ ਟੂ। ਪਲਿਮਸੋਲ ਲਾਈਨ ਕਿਹੜੀ ਹੁੰਦੇ ਨੇ ਜੀ, ਜਦੋਂ ਆਪਣੇ ਸਮੁੰਦਰ ਦੇ ਵਿੱਚ ਸਬਮੈਰੀਨ ਚੱਲਦੀ ਹੈ ਜੀ, ਸਬਮੈਰੀਨ ਚੱਲਦੀ ਆ ਤਾਂ ਕੁਝ ਲਾਈਨ ਡਰਾ ਕਰੀਆਂ ਹੁੰਦੀਆਂ ਨੇ। ਠੀਕ ਹੈ, ਜਿਸ ਤੋਂ ਪਤਾ ਲੱਗਦਾ ਕਿ ਜਿਹੜੀ ਸਬਮੈਰੀਨ ਹੈ ਕਿੰਨੀ ਡੂੰਘਾਈ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਜਿਹੜੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਬੀ ਕਰੈਕਟ ਹੋ ਜੂ। ਦ ਲਾਈਨਸ ਮਾਰਕ ਔਨ ਦੀ ਸਾਈਡ ਆਫ ਦ ਸ਼ਿਪ ਵਿਚ ਇੰਡੀਕੇਟ ਦੀ ਮੈਕਸਿਮਮ ਡੈਪਥ ਅਪ ਟੂ ਵਿਦ ਵਿਚ ਸ਼ਿਪ ਕੈਨ ਸਿੰਕ ਇਨ ਦੀ ਡਿਫਰੈਂਟ ਰੀਜਨ ਆਫ ਦੀ ਸੀ। ਠੀਕ ਹੈ ਜੀ, ਕਿੰਨਾ ਡੁੱਬੀ ਹੋਈ ਹੈ ਕਿ ਕਿਹੜੇ ਰੀਜਨ ਦੇ ਵਿੱਚ, ਯਾਨੀ ਕਿ ਕਿੱਥੇ ਕਿੰਨੇ ਗਹਿਰਾਈ ਦੇ ਵਿੱਚ ਆ, ਤਾਂ ਉਸ ਦੇ ਬਾਰੇ ਆਪਾਂ ਨੂੰ ਜਿਹੜੇ ਦੱਸਦੇ ਨੇ ਉਹ ਕਿਹੜੇ ਹੁੰਦੇ ਨੇ, ਪਲਿਮਸੋਲ ਲਾਈਨਸ ਹੁੰਦੀਆਂ ਨੇ। ਠੀਕ ਹੈ ਜੀ, ਇਹਦੀ ਆਪਣਾ ਲਾਸਟ ਕੁਐਸਚਨ। ਠੀਕ ਹੈ ਜੀ, ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ। ਥੈਂਕ ਯੂ।